Good afternoon, students. Today we are going to start the next topic, that is the borrowed fund. And the first type of borrowed fund is the trade credit. It is for the short-term finance. When any manufacturer is granted credit from the supplier of raw material, ਜਿਹੜੇ supplier raw materials ਵਗੈਰਾ ਪ੍ਰੋਵਾਈਡ ਕਰਦੇ ਆ ਉਹਨਾਂ ਤੋਂ ਕੁਝ ਟਾਈਮ ਲਈ ਕ੍ਰੈਡਿਟ ਲਿਆ ਜਾਂਦਾ। ਮੈਨੂਫੈਕਚਰਰ ਉਹਨਾਂ ਨੂੰ ਬੋਲਦਾ ਹੈ ਕਿ ਮੈਂ ਤੁਹਾਨੂੰ ਕੁਝ ਟਾਈਮ ਬਾਅਦ ਪੇਮੈਂਟ ਕਰ ਦੇਵਾਂਗਾ। ਸੋ ਸਪਲਾਇਰ ਜਿਹੜੇ ਆਪਣੇ ਕਸਟਮਰ ਨੂੰ ਅਲਾਓ ਕਰਦੇ ਆ ਕਿ ਜਿਹੜਾ ਵੀ ਆਊਟਸਟੈਂਡਿੰਗ ਬੈਲੈਂਸ ਆ ਉਹ ਵਿਦਿਨ ਅ ਕ੍ਰੈਡਿਟ ਪੀਰੀਅਡ, ਜਿੰਨੇ ਟਾਈਮ ਲਈ ਉਹਨਾਂ ਨੇ ਵੀ ਕ੍ਰੈਡਿਟ ਮੰਗਿਆ ਹੁੰਦਾ ਆ, ਵਿਦਿਨ ਦੈਟ ਟਾਈਮ ਪੀਰੀਅਡ ਉਹ ਉਹਨਾਂ ਨੂੰ ਆਊਟਸਟੈਂਡਿੰਗ ਬੈਲੈਂਸ ਪੇ ਕਰ ਦੇਣ। ਡਿਊਰੇਸ਼ਨ ਜਿਹੜੀ ਹੈ ਟ੍ਰੇਡ ਕ੍ਰੈਡਿਟ ਦੀ 3 to 6 ਮੰਥ ਤੱਕ ਹੁੰਦੀ ਹੈ, ਬਿਕੋਜ਼ ਇਹ ਸ਼ਾਰਟ ਟਰਮ ਫਾਈਨੈਂਸ ਆ। ਸੋ 3 ਤੋਂ 6 ਮਹੀਨੇ ਤੱਕ ਇਹ ਕ੍ਰੈਡਿਟ ਲਿਆ ਜਾਂਦਾ ਆ। ਜਿਹੜੀ ਅਵੇਲੇਬਿਲਿਟੀ ਆਫ ਟ੍ਰੇਡ ਕ੍ਰੈਡਿਟ ਮਤਲਬ ਕਿਹਦੇ 'ਤੇ ਡਿਪੈਂਡ ਕਰਦੀ ਆ? ਫਰਮ ਦੇ ਸਾਈਜ਼ 'ਤੇ, ਫਰਮ ਦੇ ਨੇਚਰ 'ਤੇ ਐਂਡ ਫਰਮ ਦੇ ਸਟੇਟਸ 'ਤੇ। ਫਰਮ ਦਾ ਨੇਚਰ ਮੀਨਸ ਕਿਸ ਟਾਈਪ ਦਾ ਪ੍ਰੋਡਕਟ ਉਹ ਬਣਾ ਰਹੇ ਆ, ਕਿਸ ਟਾਈਪ ਦਾ ਪ੍ਰੋਡਕਸ਼ਨ ਕਰ ਰਹੇ ਆ। ਫਰਮ ਦਾ ਸਾਈਜ਼ ਸਮੋਲ ਆ, ਲਾਰਜ ਆ। ਅਗਰ ਲਾਰਜ ਆ ਦੈਨ ਹੀ ਉਹਨਾਂ ਨੂੰ ਕ੍ਰੈਡਿਟ ਦੀ ਜ਼ਰੂਰਤ ਪਏਗੀ। ਦੈਨ ਇਜ਼ ਦਾ ਸਟੇਟਸ, ਕਿ ਫਰਮ ਦਾ ਸਟੇਟਸ ਕਿੱਦਾਂ ਦਾ ਆ, ਫਰਮ ਦਾ ਪਾਸਟ ਪਰਫੋਰਮੈਂਸ ਕਿੱਦਾਂ ਦੀ ਆ, ਉਹਨਾਂ ਦਾ ਰਿਕਾਰਡ ਕਿੱਦਾਂ ਦਾ ਆ, ਉਹਦੇ ਬੇਸ 'ਤੇ ਹੀ ਉਹਨਾਂ ਨੂੰ ਕ੍ਰੈਡਿਟ ਪ੍ਰੋਵਾਈਡ ਕੀਤਾ ਜਾਂਦਾ ਆ। ਨਾਓ ਫੀਚਰਸ ਆਫ ਦਾ ਟ੍ਰੇਡ ਕ੍ਰੈਡਿਟ। ਫਸਟ ਫੀਚਰ ਇਜ਼ ਰੈਡਲੀ ਅਵੇਲੇਬਲ, ਮੀਨਸ ਕਿ ਇਹਦੇ ਵਿੱਚ ਜ਼ਿਆਦਾ ਐਫਰਟਸ ਵਗੈਰਾ ਪੁੱਟ ਨਹੀਂ ਕਰਨੇ ਪੈਂਦੇ। ਜਦੋਂ ਵੀ ਇੱਕ ਟ੍ਰੇਡਰ ਚਾਹੇ ਉਹਨੂੰ ਉਦੋਂ ਹੀ ਟ੍ਰੇਡ ਕ੍ਰੈਡਿਟ ਮਿਲ ਸਕਦਾ ਆ। ਫਲੈਕਸੀਬਲ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਕੋਈ ਜ਼ਿਆਦਾ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਆ, ਠੀਕ ਹੈ ਨਾ। ਇਹਨੂੰ ਅਸੀਂ ਕਦੀ ਵੀ ਐਡਜਸਟ ਕਰ ਸਕਦੇ ਹਾਂ ਅਕੋਰਡਿੰਗ ਟੂ ਦਾ ਚੇਂਜਿੰਗ ਨੀਡਸ ਆਫ ਪਰਚੇਜ਼ਸ। ਮੀਨਸ ਅਗਰ ਟ੍ਰੇਡਰ ਨੂੰ, ਮੈਨੂਫੈਕਚਰਰ ਨੂੰ ਬਾਅਦ ਵਿੱਚ ਹੋਰ ਅਮਾਊਂਟ ਦੀ ਜ਼ਰੂਰਤ ਪੈਂਦੀ ਆ, ਉਹਦਾ ਜਿਹੜਾ ਅਮਾਊਂਟ ਆ ਉਹ ਅਗਰ ਇਨਕਰੀਜ਼ ਕਰਨਾ, ਉਹਨੂੰ ਹੋਰ ਕ੍ਰੈਡਿਟ ਲੈਣਾ ਆ, ਦੈਨ ਉਹ ਲੈ ਸਕਦਾ ਹੈ। ਕੋਈ ਇੱਦਾਂ ਦਾ ਫਿਕਸਡ ਮਤਲਬ ਕਿ ਰੂਲ ਨਹੀਂ ਆ ਕਿ ਹਾਂ ਤੁਸੀਂ 30,000 ਡਿਮਾਂਡ ਕੀਤਾ ਸੀ, ਤੁਹਾਨੂੰ 30,000 ਹੀ ਮਿਲੇਗਾ। ਮੀਨ ਇਟ ਕੈਨ ਬੀ ਚੇਂਜ ਐਟ ਐਨੀ ਟਾਈਮ। ਨੈਕਸਟ ਇਜ਼ ਦੀ ਨੋ ਫਲੋਟੇਸ਼ਨ ਕਾਸਟ। ਕੋਈ ਵੀ ਫਲੋਟੇਸ਼ਨ ਕਾਸਟ ਨਹੀਂ ਹੈ। ਮੀਨ ਜਿਹੜੇ ਐਕਸਟਰਾ ਖਰਚੇ ਹੁੰਦੇ ਆ ਇੱਕ ਅਮਾਊਂਟ ਨੂੰ ਅਰੇਂਜ ਕਰਨ ਲਈ, ਕੋਈ ਆਉਣ ਜਾਣ ਦਾ ਖਰਚਾ, ਕੋਈ ਮੈਗਜ਼ੀਨ ਦਾ ਖਰਚਾ, ਕੋਈ ਬੈਨਰ ਦਾ, ਕੋਈ ਐਡਵਰਟੀਜ਼ਮੈਂਟ ਦਾ, ਇੱਦਾਂ ਦਾ ਕੋਈ ਵੀ ਖਰਚਾ ਨਹੀਂ ਹੁੰਦਾ। ਦੈਨ ਇਜ਼ ਇੰਕਰੀਜ਼ ਇਨ ਪ੍ਰਾਈਸਿਸ। ਸਪਲਾਇਰ ਜਿਹੜਾ ਆ, ਹੁਣ ਜਿਹੜਾ ਰਾ ਮਟੀਰੀਅਲ ਕ੍ਰੈਡਿਟ 'ਤੇ ਦੇ ਰਿਹਾ ਆ, ਉਹ ਕਦੀ ਵੀ ਉਸ ਪ੍ਰੋਡਕਟ ਦਾ ਪ੍ਰਾਈਸ ਇੰਕਰੀਜ਼ ਕਰ ਸਕਦਾ, ਕਿਉਂਕਿ ਤੁਸੀਂ ਉਹਨੂੰ ਕੈਸ਼ ਪੇਮੈਂਟ ਨਹੀਂ ਕਰ ਰਹੇ ਹੋ। ਸੋ ਉਹ ਆਪਣੇ ਅਕੋਰਡਿੰਗ ਉਸ ਅਮਾਊਂਟ 'ਤੇ ਕਿੰਨਾ ਪਰਸੈਂਟ ਵੀ ਇੰਕਰੀਮੈਂਟ ਲਗਾ ਸਕਦਾ ਆ। ਮੀਨਸ ਅਗਰ ਕੋਈ ਅਮਾਊਂਟ ਉਸ ਪਰਟੀਕੂਲਰ ਪ੍ਰੋਡਕਟ ਦੀ 1000 ਹੈ, ਦੈਨ ਉਹ ਤੁਹਾਡੇ ਕੋਲੋਂ 20-30 ਰੁਪੀਜ਼ ਓਵਰ ਚਾਰਜ ਵੀ ਕਰ ਸਕਦਾ ਆ। ਦੈਨ ਇਜ਼ ਅ ਲੀਗਲ ਐਕਸ਼ਨ। ਹੁਣ ਬਾਇਰ ਜਿਹਨੇ ਕਿ ਅਮਾਊਂਟ ਕ੍ਰੈਡਿਟ 'ਤੇ ਲਿਆ ਆ, ਉਹ ਇੱਕ ਪ੍ਰੋਮਿਸਰੀ ਨੋਟ ਇਸ਼ੂ ਕਰਦਾ ਆ ਸਪਲਾਇਰ ਨੂੰ ਕਿ ਅਗਰ ਮੈਂ ਕੁਛ ਟਾਈਮ ਤੱਕ, ਮਤਲਬ ਕਿ ਜਿੰਨੇ ਟਾਈਮ ਲਈ ਵੀ ਉਹਨੇ ਅਮਾਊਂਟ ਲਿਆ ਹੁੰਦਾ ਕ੍ਰੈਡਿਟ 'ਤੇ, ਅਗਰ ਉਸ ਟਾਈਮ ਪੀਰੀਅਡ ਤੱਕ ਮੈਂ ਤੁਹਾਡਾ ਅਮਾਊਂਟ ਪੇ ਨਹੀਂ ਕਰਦਾ, ਦੈਨ ਸਪਲਾਇਰ ਨੂੰ ਪੂਰਾ ਹੱਕ ਆ ਕਿ ਉਹ ਬਾਇਰ ਦੇ ਅਗੇਂਸਟ ਲੀਗਲ ਐਕਸ਼ਨ ਲੈ ਸਕਦਾ ਆ, ਠੀਕ ਆ। ਸੋ ਦੀਜ਼ ਵਰ ਦਾ concept of the trade credit, and these were the features of the trade credit. If there is any type of confusion, then you may put up a question in the Google Classroom. Go through it and read it carefully. Note down these points in your notebooks. Thanks and have a nice day.